Good morning, students. Once again, welcome to my YouTube channel. Today, I am discuss about to the lesson second of the accountancy. Name of the chapter is Basic Accountancy Terms, accounting terms. This is the first part of this session. Now, I will start this session. ਸਟਾਰਟਿੰਗ ਦੇ ਵਿੱਚ ਹੈ ਬਿਜ਼ਨਸ ਟ੍ਰਾਂਜੈਕਸ਼ਨ। ਵੀ ਪਹਿਲਾਂ ਤਾਂ ਅਸੀਂ ਇਹ ਸਮਝਣਾ ਵੀ ਬਿਜ਼ਨਸ ਟ੍ਰਾਂਜੈਕਸ਼ਨ ਹੁੰਦੀਆਂ ਕੀ ਨੇ, ਜਾਂ ਉਹਦਾ ਮਤਲਬ ਕੀ ਹੁੰਦਾ ਵਾ, ਜਾਂ ਅਸੀਂ ਇਹ ਕਿਉਂ ਕਰਦੇ ਹਾਂ, ਜਾਂ ਇਹਦਾ ਕੀ ਰੀਜ਼ਨਸ ਹੁੰਦੇ ਆ, ਇਹਨਾਂ ਬਾਰੇ ਅਸੀਂ ਡਿਸਕਸ ਕਰਾਂਗੇ। ਅ ਬਿਜ਼ਨਸ ਟ੍ਰਾਂਜੈਕਸ਼ਨ ਇਜ਼ ਐਨ ਇਵੈਂਟ ਇਨਵੋਲਵਸ ਐਨ ਇੰਟਰਚੇਂਜ ਦੀਆਂ ਗੁਡਸ ਮਨੀ ਔਰ ਸਰਵਿਸ ਬਿਟਵੀਨ ਟੂ ਐਂਡ ਮੋਰ ਪਾਰਟੀਜ਼। Their transaction can be a belief as a cash purchase or as a long listing as a service contract extending over the years। ਬਿਜ਼ਨਸ ਟ੍ਰਾਂਜੈਕਸ਼ਨ ਕੀ ਹੁੰਦੀ ਆ, ਉਹ ਇਵੈਂਟ ਹੁੰਦਾ ਜਾਂ ਉਹ ਗਤੀਵਿਧੀ ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ, ਚੀਜ਼ਾਂ ਦਾ ਇੱਕ ਦੂਸਰੇ ਨਾਲ ਚੇਂਜ ਕਰਦੇ ਹਾਂ, ਜਾਂ ਮਨੀ ਦਾ ਐਕਸਚੇਂਜ ਹੁੰਦਾ, ਜਾਂ ਅਸੀਂ ਉਹਦੇ ਵਿੱਚ ਕੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਇੱਕ ਜਾਂ ਇੱਕ ਤੋਂ ਵੱਧ ਪਾਰਟੀਆਂ ਵੀ ਉਹਦੇ ਵਿੱਚ ਇਨਵੋਲਵ ਹੋ ਸਕਦੀਆਂ ਨੇ। ਇਹ ਕੀ ਹੁੰਦੀ ਆ, ਕੈਸ਼ ਪਰਚੇਜ਼ ਵੀ ਹੋ ਸਕਦੀ, ਜਾਣੀ ਕਿ ਤੁਸੀਂ ਤੁਰੰਤ ਹੀ ਪੈਸੇ ਦੇ ਦਿਓ, ਜਾਂ ਤੁਸੀਂ ਕੀ ਕਰੋ ਵੀ ਉਹਨੂੰ ਲੰਬੇ ਸਮੇਂ ਤੱਕ ਕੰਟਰੈਕਟ ਕਰ ਲਓ ਵੀ ਮੈਂ ਕੁਛ ਸਮੇਂ ਰੁਕ ਕੇ ਜਾਂ ਕੁਛ ਸਮੇਂ ਬਾਅਦ ਤੁਹਾਨੂੰ ਪੈਸੇ ਦਊਂਗਾ। ਤਾਂ ਉਹ ਸਾਰੀਆਂ ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਆਉਂਦੀਆਂ ਨੇ। The business transaction can be between two parties engaged in the business and conducting the transaction for their mutual benefits and between a business identity like to the retail shops or and a customer। ਕਹਿੰਦੇ ਵੀ ਜਿਹੜਾ ਬਿਜ਼ਨਸ ਟ੍ਰਾਂਜੈਕਸ਼ਨ ਕੀ ਹੁੰਦੀ ਆ, ਦੋ ਪਾਰਟੀਆਂ ਦੇ ਵਿੱਚ ਹੋਣੀ ਜ਼ਰੂਰੀ ਹੈ, ਦੋ ਪਾਰਟੀਆਂ ਦੇ ਵਿੱਚ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਇਹ ਟ੍ਰਾਂਜੈਕਸ਼ਨ ਦੇ ਵਿੱਚ ਅਸੀਂ ਕੀ ਆ, ਇੱਕ ਦੂਸਰੇ ਦੇ ਬੈਨੀਫਿਟ ਬਾਰੇ ਸੋਚਦੇ ਹਾਂ। ਇਹਦੇ ਵਿੱਚ ਸਾਡੀ ਬਿਜ਼ਨਸ ਆਇਡੈਂਟੀਟੀ ਵੀ ਨਾਲ ਯੂਜ਼ ਹੁੰਦੀ ਹੈ। ਜਿਵੇਂ ਕਿ ਅਸੀਂ ਇੱਕ ਰਿਟੇਲ ਸ਼ਾਪ ਦੇ ਉੱਤੇ ਜਾਂਦੇ ਹਾਂ, ਕੋਈ ਵੀ ਸ਼ਾਪ ਲਗਾ ਲਓ, ਤਾਂ ਉੱਥੇ ਅਸੀਂ ਕੀ ਆ, ਇੱਕ ਮੇਰੇ ਵਰਗਾ ਉੱਥੇ ਗਿਆ ਤਾਂ ਉਹਨਾਂ ਨੇ ਉੱਥੇ ਪੈਸੇ ਦਿੱਤੇ, ਤਾਂ ਉਹ ਕੀ ਬਣ ਗਿਆ, ਕਸਟਮਰ ਬਣ ਗਿਆ। ਅਤੇ ਜਿਹੜੇ ਪਰਸਨ ਨੇ ਉਹਨੂੰ ਸੇਲ ਆਊਟ ਕੀਤੀ ਜਾਂ ਉਹਨੂੰ ਉਹ ਚੀਜ਼ ਦੇ ਦਿੱਤੀ, ਉਹ ਪੈਸੇ ਦੇ ਬਦਲੇ ਉਹ ਕੀ ਹੈ, ਸ਼ਾਪਕੀਪਰ ਜਾਂ ਉਹਨੂੰ ਕਹਿ ਸਕਦੇ ਹਾਂ ਓਨਰ। ਤਾਂ ਦੋ ਪਾਰਟੀਜ਼ ਹੋਣੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਆ। ਅਤੇ ਦੂਸਰਾ ਕੀ ਆ, ਉਹਨਾਂ ਦੇ ਵਿੱਚ ਇੱਕ ਟ੍ਰਾਂਜੈਕਸ਼ਨ ਹੋਣੀ ਵੀ ਜ਼ਰੂਰੀ ਹੈ। ਆਈ ਹੋਪ ਤੁਹਾਨੂੰ ਬਿਜ਼ਨਸ ਟ੍ਰਾਂਜੈਕਸ਼ਨ ਸਮਝ ਆ ਗਈਆਂ ਹੋਣਗੀਆਂ। ਨੈਕਸਟ ਅਸੀਂ ਗੱਲ ਕਰਦੇ ਹਾਂ ਟਾਈਪਸ ਆਫ ਬਿਜ਼ਨਸ ਟ੍ਰਾਂਜੈਕਸ਼ਨ। ਬਿਜ਼ਨਸ ਟ੍ਰਾਂਜੈਕਸ਼ਨ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਇਹ ਜਿਹੜੀਆਂ ਲਿਖੀਆਂ ਨੇ ਇਹਨਾਂ ਤੋਂ ਇਲਾਵਾ ਵੀ ਹੋਰ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ। ਉਹ ਅਸੀਂ ਜਿਵੇਂ ਅਸੀਂ ਚੈਪਟਰਸ ਦੇ ਵਿੱਚ ਅੱਗੇ ਵਧੀ ਜਾਵਾਂਗੇ ਤਾਂ ਉਸ ਤਰੀਕੇ ਨਾਲ ਮੈਂ ਤੁਹਾਨੂੰ ਐਲੈਬੋਰੇਟ ਕਰਦਾ ਰਹਾਂਗਾ। ਫਸਟ ਹੈ ਪਰਚੇਜ਼ਿੰਗ ਗੁਡਸ ਐਂਡ ਮਟੀਰੀਅਲ। ਅਸੀਂ ਕੋਈ ਵੀ ਚੀਜ਼ ਜਾ ਕੇ ਜਾਂ ਕੋਈ ਮਟੀਰੀਅਲ ਕਿਸੇ ਸ਼ਾਪ ਦੇ ਉੱਤੇ ਜਾ ਕੇ ਖਰੀਦ ਲੈਂਦੇ ਹਾਂ, ਉਹ ਵੀ ਇੱਕ ਬਿਜ਼ਨਸ ਟ੍ਰਾਂਜੈਕਸ਼ਨ ਆ। ਪਰਚੇਜ਼ਿੰਗ ਸਰਵਿਸਿਜ਼, ਫੋਰ ਐਗਜ਼ਾਮਪਲ ਰਿਪੇਅਰਸ ਟੂ ਦੀ ਇਕਵਿਪਮੈਂਟਸ, ਐਡਵਰਟਾਈਜ਼ਿੰਗ, ਪ੍ਰਿੰਟਿੰਗ ਕਾਸਟ ਐਕਸੈਕਟਰਾ। ਹੁਣ ਕੀ ਅਸੀਂ ਕਿਸੇ ਦੀ ਕੋਈ ਸਰਵਿਸ ਬਾਏ ਕਰ ਲੈਂਦੇ ਹਾਂ, ਠੀਕ ਹੈ ਜੀ। ਜਿਵੇਂ ਕਿ ਮੈਂ ਆਪਣੀ ਬਾਈਕ ਦੀ ਸਰਵਿਸ ਕਰਵਾਉਣੀ, ਤਾਂ ਉਹਦੇ ਰਿਪੇਅਰ ਲਈ ਉਹਨੂੰ ਬੰਦੇ ਨੂੰ ਬੁਲਾਇਆ, ਤਾਂ ਉਹ ਆਪਣੇ ਚਾਰਜਿਸ ਲੈਂਦਾ ਵਾ। ਜਾਂ ਫਿਰ ਅਸੀਂ ਐਡਵਰਟਾਈਜ਼ਮੈਂਟ ਕਰਵਾਉਣੀਆਂ ਪੈਂਦੀਆਂ ਨੇ, ਠੀਕ ਹੈ ਜੀ। ਜਿਵੇਂ ਹੋਲਡਿੰਗਸ ਲਗਾਉਣੀਆਂ ਨੇ, ਜਾਂ ਤੁਸੀਂ TV ਦੇ ਉੱਤੇ, YouTube ਦੇ ਉੱਤੇ ਦੇਣੀ ਆ, ਜਾਂ ਤੁਸੀਂ ਕਿਸੇ ਗੂਗਲ ਅਕਾਊਂਟ ਦੇ ਉੱਤੇ ਦੇਣੀ ਆ, ਤਾਂ ਐਡਵਰਟਾਈਜ਼ਮੈਂਟ ਦੇ ਵੀ ਅਸੀਂ ਉਹ ਪਰਚੇਜ਼ ਕਰਦੇ ਹਾਂ। ਪ੍ਰਿੰਟਿੰਗ ਕਾਸਟ, ਸਾਨੂੰ ਉਹ ਚੀਜ਼ਾਂ ਨੂੰ ਪ੍ਰਿੰਟ ਕਰਾਉਣ ਦੀ ਵੀ ਕਾਸਟ ਪੈਂਦੀ ਹੈ, ਤਾਂ ਇਹ ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਆਉਂਦੀਆਂ। ਨੈਕਸਟ ਹੈਗਾ ਸੇਲਿੰਗ, ਵੀ ਜਦੋਂ ਅਸੀਂ ਕਿਸੇ ਚੀਜ਼ ਨੂੰ ਸੇਲ ਕਰ ਦਿੰਦੇ ਹਾਂ ਤਾਂ ਉਹ ਵੀ ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਆਉਂਦੀ ਆ। ਨੈਕਸਟ ਹੈਗਾ ਵਾ ਪੇਇੰਗ ਵੇਜਿਸ ਐਂਡ ਸੈਲਰੀਜ਼। ਵੇਜਿਸ ਦਾ ਮਤਲਬ ਹੁੰਦਾ ਵਾ ਵੀ ਜਿਹੜੇ ਅਸੀਂ ਵਰਕਰਾਂ ਨੂੰ ਦਿੰਦੇ, ਜਿਹੜਾ ਐਜ਼ ਏ ਲੇਬਰ ਵਰਕ ਕਰਦੇ ਹੁੰਦੇ ਆ, ਉਹਨਾਂ ਨੂੰ ਜਿਹੜੀ ਚੀਜ਼ ਦਿੱਤੀ ਜਾਂਦੀ ਆ, ਜਿਹੜੇ ਉਹਨਾਂ ਨੂੰ ਪੈਸੇ ਮਿਲਦੇ ਆ, ਉਹਨੂੰ ਅਸੀਂ ਕਹਿੰਦੇ ਹਾਂ ਵੇਜਿਸ ਕਹਿੰਦੇ ਹਾਂ। ਸੈਲਰੀਜ਼ ਕਿਹਨਾਂ ਹੁੰਦੇ ਨੇ, ਜਿਹੜੇ ਵਾਈਟ ਕਾਲਰ ਜੋਬ ਦੇ ਉੱਤੇ ਨੇ, ਜਿਵੇਂ ਮੈਨੇਜਰਸ, ਕਲਰਕ, ਇਹ ਸਾਰੇ ਕੀ ਹੁੰਦੇ ਆ, ਇਹਨਾਂ ਨੂੰ ਸੈਲਰੀ ਪ੍ਰੋਵਾਈਡਸ ਹੁੰਦੀਆਂ। ਇਹ ਦੋ ਟਰਮਸ ਯਾਦ ਰੱਖਣੀਆਂ ਨੇ। ਵੇਜਿਸ ਕੀ ਹੁੰਦੀਆਂ ਨੇ, ਵੇਜਿਸ ਯਾਦ ਰੱਖਣਾ ਵੀ ਵੇਜਿਸ ਕੀ ਹੁੰਦੀਆਂ ਨੇ, ਜਿਹੜੇ ਕਿ ਇੱਕ ਲੇਬਰ ਜੋਬ ਵਾਲੇ ਪਰਸਨ ਨੂੰ ਮਿਲਦੀ ਆ। ਸੈਲਰੀ ਕੀ ਹੁੰਦੀ ਆ, ਵੀ ਜਿਹੜੀ ਵਾਈਟ ਕਾਲਰ ਜੋਬ ਜਾਣੀ ਕਿ ਕਲਰਕ ਜਾਂ ਮੈਨੇਜਰ, ਇਹੋ ਜਿਹੀਆਂ ਪੋਸਟ ਵਾਲੇ ਪਰਸਨਸ ਨੂੰ ਮਿਲਦੀਆਂ ਨੇ। ਨੈਕਸਟ ਹੈਗਾ ਵਾ ਪਰਚੇਜ਼ ਆਫ ਨੋਨ ਕਰੰਟ ਐਸਟ। ਹੁਣ ਨੋਨ ਕਰੰਟ ਐਸਟਸ ਅਸੀਂ ਗੱਲ ਕਰਦੇ ਸੀ, ਮੈਂ ਤੁਹਾਨੂੰ ਇੱਕ ਵਾਰ ਦੱਸਿਆ ਸੀ ਵੀ ਇੱਕ ਫਿਕਸਡ ਐਸਟ ਹੁੰਦੀਆਂ ਨੇ, ਇਹਨਾਂ ਨੋਨ ਕਰੰਟ ਐਸਟ ਵੀ ਕਿਹਾ ਜਾਂਦਾ ਵਾ। ਤਾਂ ਫਿਕਸਡ ਐਸਟ ਕਿਹੜੀਆਂ ਕਹੀਆਂ ਸੀ, ਜਿਵੇਂ ਤੁਸੀਂ ਕੋਈ ਬਾਈਕ ਖਰੀਦ ਲੈਂਦੇ ਹੋ, ਜਿਹੜੀ ਕਿ 1 ਸਾਲ ਤੋਂ ਵੱਧ ਚੀਜ਼ ਜਿਹੜੀ ਤੁਹਾਡੇ ਕੋਲ ਰਹਿ ਜਾਵੇ ਅਤੇ ਤੁਸੀਂ ਉਹਨੂੰ ਖਰੀਦ ਕੇ ਉਹਨੂੰ ਯੂਜ਼ ਕਰੋ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਫਿਕਸਡ ਐਸਟ ਦੇ ਵਿੱਚ ਲੈ ਕੇ ਆਉਣਾ। ਜਿਵੇਂ ਸਾਡਾ ਘਰ ਹੋ ਗਿਆ, ਠੀਕ ਹੈ ਜੀ, ਕਾਰ ਹੋ ਗਈ, ਬਾਈਕ ਹੋ ਗਈ, ਜਿਨ੍ਹਾਂ ਨੂੰ ਅਸੀਂ ਮੋਰ ਦੈਨ 1 ਈਅਰਸ ਦੇ ਲਈ ਚਲਾਉਂਦੇ ਹਾਂ, ਤਾਂ ਉਹ ਸਾਰੀਆਂ ਸਾਡੀਆਂ ਕੀ ਹੁੰਦੀਆਂ, ਨੋਨ ਕਰੰਟ ਐਸਟ ਬਣ ਜਾਂਦੀਆਂ ਨੇ। ਨੈਕਸਟ ਹੈ ਰਾਈਜ਼ਿੰਗ ਇਨ ਫਾਈਨੈਂਸ ਐਂਡ ਪੇਇੰਗ ਰਿਵਾਰਡਸ ਟੂ ਦੀ ਸਪਲਾਇਰ ਆਫ ਫਾਈਨੈਂਸ। ਵੀ ਜਿਹੜਾ ਅਸੀਂ ਜਿਵੇਂ ਸਾਨੂੰ ਪੈਸੇ ਦੀ ਲੋੜ ਪੈਂਦੀ ਆ, ਤਾਂ ਅਸੀਂ ਜਿਵੇਂ ਬੈਂਕ ਤੋਂ ਲੋਨ ਲੈਣਾ ਵਾ, ਬੈਂਕ ਤੋਂ ਲੋਨ ਲੈਣ ਲਈ ਵੀ ਸਾਡੇ ਜਿਵੇਂ ਵੱਡੀਆਂ ਕੰਪਨੀਜ਼ ਹੁੰਦੀਆਂ ਨੇ, ਜਿਵੇਂ ਹੁਣ ਤੁਸੀਂ ਲਗਾ ਲਓ ਵੀ ਰਿਲਾਇੰਸ ਇੰਡਸਟਰੀ ਆ, ਤਾਂ ਰਿਲਾਇੰਸ ਇੰਡਸਟਰੀ ਦਾ ਮੁਕੇਸ਼ ਅੰਬਾਨੀ ਥੋੜ੍ਹਾ ਜਿਹਾ ਹੈਗਾ, ਉਹ ਬੈਂਕ ਕੋਲ, ਤਾਂ ਉਹਦੇ ਇੰਪਲੋਈਜ਼ ਰੱਖੇ ਹੁੰਦੇ ਜਿਹੜੇ ਕਿ ਉਹਨਾਂ ਨੂੰ ਲੋਨ ਸੈਂਕਸ਼ਨ ਕਰਾਉਣ ਦੇ ਲਈ ਉੱਥੇ ਜਾਂਦੇ ਆ ਅਤੇ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਦੇ ਆ। ਤਾਂ ਜਿਹੜੇ ਓਨਰ ਹੁੰਦੇ ਆ ਉਹਨਾਂ ਨੂੰ ਪੇ ਆਊਟ ਕਰ ਦਿੰਦੇ ਆ ਉਹਨਾਂ ਦੀ ਸਰਵਿਸ ਦੇ ਲਈ, ਤਾਂ ਇਹ ਵੀ ਚੀਜ਼ ਉਹਦੇ ਵਿੱਚ ਇਨਕਲੂਡਡ ਹੁੰਦੀ ਆ। ਅਤੇ ਲਾਸਟ ਵਨ ਜਿਹੜਾ ਇਹਦੇ ਵਿੱਚ ਦਿੱਤਾ ਹੈ ਮੇਰਾ, ਅਕਾਊਂਟਿੰਗ
ਫॉर ਐਂਡ ਪੇਇੰਗ ਟੈਕਸ। ਹੁਣ ਅਸੀਂ ਕੀ ਆ, ਜਿਹੜਾ ਅਸੀਂ ਅਕਾਊਂਟ ਮੇਨਟੇਨ ਕਰਦੇ ਹਾਂ ਜਾਂ ਤੁਸੀਂ ਕੀ ਆ ਟੈਕਸ ਅਥਾਰਟੀ ਨੂੰ ਪੇ ਕਰਨਾ ਪੈਂਦਾ, ਜਿਹੜਾ ਬੰਦਾ ਉਹਨਾਂ ਦੇ ਪ੍ਰੋਪਰ ਅਕਾਊਂਟ ਬਣਾਉਂਦਾ ਵਾ, ਤਾਂ ਉਹਦੇ ਲਈ ਵੀ ਸਾਨੂੰ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹ ਬਿਜ਼ਨਸ ਦੇ ਵਿੱਚ ਆਉਂਦੀਆਂ ਨੇ, ਜਾਣੀ ਕਿ ਉਹਦਾ ਖਰਚਾ ਵੀ ਅਸੀਂ ਬਿਜ਼ਨਸ ਦੇ ਵਿੱਚ ਪਾਉਂਦੇ ਹਾਂ। ਨੈਕਸਟ ਹੈ ਬਿਜ਼ਨਸ ਟ੍ਰਾਂਜੈਕਸ਼ਨ। ਬਿਜ਼ਨਸ ਟ੍ਰਾਂਜੈਕਸ਼ਨ ਹੁੰਦੀ ਕੀ ਆ? ਹੁਣ ਤੁਹਾਡੀ ਜਿਹੜੀ ਅਸਲੀ ਅਕਾਊਂਟੈਂਸੀ ਆ ਉਹ ਸਟਾਰਟ ਹੋਣ ਜਾ ਰਹੀ ਆ, ਜਿਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਵੀ ਅਕਾਊਂਟੈਂਸੀ ਹੁੰਦੀ ਕੀ ਆ। ਬਿਜ਼ਨਸ ਟ੍ਰਾਂਜੈਕਸ਼ਨ ਕੀ ਹੁੰਦੀਆਂ ਨੇ? ਬਿਜ਼ਨਸ ਟ੍ਰਾਂਜੈਕਸ਼ਨ ਦਾ ਇੱਕ ਆ ਫਾਰਮੂਲਾ ਵਾ ਜਿਹੜਾ ਕਿ ਤੁਸੀਂ ਹਮੇਸ਼ਾ ਲਰਨ ਰੱਖਣਾ ਵਾ। ਕੀ ਆ? ਐਸਟਸ ਕੀ ਹੁੰਦੀਆਂ ਨੇ ਇਹਦੇ ਬਾਰੇ ਅੱਗੇ ਮੈਂ ਨੈਕਸਟ ਜਿਹੜਾ ਸਲਾਈਡ ਆ ਉਹਦੇ ਵਿੱਚ ਦੱਸਿਆ ਹੋਇਆ ਵਾ। ਲਾਈਬਿਲਿਟੀਜ਼, ਇਹਦੇ ਬਾਰੇ ਵੀ ਤੁਹਾਨੂੰ ਦੱਸਿਆ ਹੋਇਆ ਵੀ ਲਾਈਬਿਲਿਟੀਜ਼ ਕੀ ਹੁੰਦੀਆਂ ਨੇ। ਨੈਕਸਟ ਹੈਗਾ ਸ਼ੇਅਰ ਹੋਲਡਰ ਫੰਡ। ਸ਼ੇਅਰ ਹੋਲਡਰ ਫੰਡਸ ਨੂੰ ਅਸੀਂ ਇੱਕ ਹੋਰ ਨਾਮ ਨਾਲ ਵੀ ਜਾਣਦੇ ਹਾਂ, ਕੈਪੀਟਲ। ਯਾਦ ਰੱਖਣਾ ਵੀ ਇਹਨੂੰ ਕੈਪੀਟਲ ਵੀ ਕਿਹਾ ਜਾਂਦਾ ਵਾ। ਤਾਂ ਇਹ ਚੀਜ਼ਾਂ ਯਾਦ ਰੱਖਣੀਆਂ ਨੇ ਤੁਸੀਂ, ਇਹ ਕੀ ਹੁੰਦਾ ਵਾ। ਐਸਟ ਇਕੁਅਲ ਟੂ ਲਾਈਬਿਲਿਟੀ ਪਲੱਸ ਸ਼ੇਅਰ ਹੋਲਡਰਸ ਫੰਡ। ਠੀਕ ਹੈ ਜੀ, ਸਟਾਰਟ ਕਰਦੇ ਹਾਂ। ਜਿਹੜਾ ਬਿਜ਼ਨਸ ਟ੍ਰਾਂਜੈਕਸ਼ਨ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਹੁਣੀ ਅਸੀਂ ਆਹ ਗੱਲ ਕੀਤੀ ਸੀ ਵੀ ਅਕਾਊਂਟਿੰਗ ਉਹਦੇ ਵਿੱਚ ਐਸਟਸ ਇਕੁਅਲ ਟੂ ਲਾਈਬਿਲਿਟੀ ਪਲੱਸ ਸ਼ੇਅਰ ਹੋਲਡਰਸ। ਤਾਂ ਹੁਣ ਅਸੀਂ ਦੇਖਦੇ ਹਾਂ ਵੀ ਐਸਟ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਯੂਜ਼ ਕਰਦੇ ਹਾਂ। ਫਸਟ ਹੈਗਾ ਕੈਸ਼, ਦੂਜਾ ਹੈਗਾ ਵਾ ਕੈਸ਼ ਅਕਾਊਂਟ, ਸੌਰੀ ਇੱਥੇ ਕੈਸ਼ ਅਕਾਊਂਟ ਆਉਣਾ ਸੀ, ਉੱਥੇ ਕੌਮਾ ਪੈ ਗਿਆ, ਕੌਮਾ ਨਹੀਂ ਆਉਣਾ, ਵੀ ਕੈਸ਼ ਅਕਾਊਂਟ, ਰਿਸੀਵੇਬਲ, ਇਨਵੈਂਟਰੀ, ਇਕੁਇਪਮੈਂਟਸ ਐਕਸੈਟਰਾ। ਹਲੇ ਇਹਦੇ ਵਿੱਚ ਹੋਰ ਵੀ ਬਹੁਤ ਜ਼ਿਆਦੀਆਂ ਟਰਮਸ ਯੂਜ਼ ਹੋਣਗੀਆਂ, ਉਹ ਆਪਾਂ ਨਾਲ ਦੀ ਨਾਲ ਜਿਵੇਂ ਕਰੀ ਜਾਵਾਂਗੇ ਇਹਦੇ ਰਿਲੇਟਡ, ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸੀ ਜਾਵਾਂਗਾ। ਕੈਸ਼ ਅਕਾਊਂਟ ਦੀ ਗੱਲ ਕਰੀਏ, ਕੈਸ਼ ਅਕਾਊਂਟ ਕੀ ਹੁੰਦਾ? ਜਿਹੜਾ ਸਾਡੇ ਪਾਕਿਟ ਦੇ ਵਿੱਚ ਜਿੰਨਾ ਵੀ ਕੈਸ਼ ਪਿਆ ਤਾਂ ਉਹ ਕੈਸ਼ ਅਕਾਊਂਟ ਮੰਨਿਆ ਜਾਂਦਾ ਵਾ। ਰਿਸੀਵੇਬਲ, ਕਿਸੇ ਤੋਂ ਅਸੀਂ ਪੈਸੇ ਲੈਣੇ ਨੇ, ਜਿਹਨੂੰ ਅਸੀਂ ਉਧਾਰ ਦੇ ਉੱਤੇ ਸੇਲ ਕੀਤੀ ਸੀ ਤਾਂ ਉਹ ਤੋਂ ਪੈਸੇ ਲੈਣੇ ਨੇ ਤਾਂ ਉਹ ਰਿਸੀਵੇਬਲ। ਇਨਵੈਂਟਰੀ, ਵੀ ਜਿਹੜਾ ਸਟਾਕ ਹੁੰਦਾ ਵਾ ਜਿਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਸਟੋਰ ਕਰਕੇ, ਜਾਂ ਅਸੀਂ ਕੀ ਆ ਵੀ ਕੋਈ ਚੀਜ਼ ਬਣਾ ਲਈ ਉਹਨੂੰ ਸਟੋਰ ਕਰਕੇ ਰੱਖਣਾ ਵਾ। ਨੈਕਸਟ ਹੈਗਾ ਇਕੁਇਪਮੈਂਟ, ਵੀ ਕੋਈ ਵੀ ਬਿਜ਼ਨਸ ਦੇ ਵਿੱਚ ਤੁਹਾਨੂੰ ਚੀਜ਼ ਦੀ ਲੋੜ ਪੈਂਦੀ ਆ ਉਹ ਕੰਮ ਕਰਨ ਦੇ ਲਈ, ਜਿਵੇਂ ਮੰਨ ਲਓ ਵੀ ਤੁਹਾਡਾ ਕੀ ਆ ਹੈਵੀ ਵੇਟਸ ਦਾ ਵਰਕ ਆ, ਤਾਂ ਉੱਥੇ ਕੀ ਆ ਕ੍ਰੇਨਸ ਜਾਂ ਹੋਰ ਇਕੁਇਪਮੈਂਟ ਦੀਆਂ ਲੋੜ ਪੈਂਦੀਆਂ ਨੇ ਜਿਹੜੀਆਂ ਇੱਕ ਚੀਜ਼ ਨੂੰ ਦੂਜੀ ਜਗ੍ਹਾ ਤੱਕ ਲੈ ਕੇ ਜਾਂਦੀਆਂ ਨੇ, ਤਾਂ ਉਹ ਤੁਹਾਡੀਆਂ ਐਸਟ ਬਣ ਜਾਂਦੀਆਂ ਨੇ, ਯਾਨੀ ਕਿ ਉਹ ਤੁਹਾਡੀ ਸੰਪੱਤੀ ਹੈ, ਕਦੇ ਵੀ ਤੁਸੀਂ ਉਹਨੂੰ ਵੇਚ ਕੇ ਉਹ ਤੋਂ ਪੈਸੇ ਜਨਰੇਟ ਕਰ ਸਕਦੇ ਹੋ। ਨੈਕਸਟ ਹੈਗੀ ਲਾਈਬਿਲਿਟੀ, ਜਿਹੜੇ ਅਸੀਂ ਪੈਸੇ ਕਿਸੇ ਨੂੰ ਦੇਣੇ ਹੁੰਦੇ ਆ, ਜਿਵੇਂ ਅਕਾਊਂਟ ਪੇਏਬਲ, ਜਿਨ੍ਹਾਂ ਤੋਂ ਅਸੀਂ ਉਧਾਰ ਲਿਆ ਤਾਂ ਉਹਨੂੰ ਪੈਸੇ ਪੇ ਕਰਨੇ ਆ। ਸ਼ਾਰਟ ਟਰਮ ਬੋਰਿੰਗਸ, ਵੀ ਅਸੀਂ ਥੋੜ੍ਹੇ ਸਮੇਂ ਦੇ ਲਈ ਲੋਕਾਂ ਤੋਂ ਉਧਾਰ ਲਿਆ ਹੋਇਆ ਜਾਂ ਬੈਂਕ ਤੋਂ ਉਧਾਰ ਲਿਆ ਤਾਂ ਉਹ ਪੇ ਕਰਨਾ ਵਾ। ਲੌਂਗ ਟਰਮ ਡੈਟ, ਬਹੁਤ ਲੰਬੇ ਸਮੇਂ ਦੇ ਲਈ ਜਿਹੜਾ ਅਸੀਂ ਪੈਸਾ ਉਧਾਰ ਲਿਆ ਹੋਇਆ, ਜਿਵੇਂ ਬੈਂਕਸ ਦੇ ਵਿੱਚ ਚੱਲਦਾ ਵਾ ਅਸੀਂ 5 ਜਾਂ 6 ਸਾਲ ਲਈ ਲੋਨ ਲੈਂਦੇ ਹਾਂ, ਤਾਂ ਇਹ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਇਹ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੀਆਂ ਟਰਮਸ ਯੂਜ਼ ਹੁੰਦੀਆਂ ਨੇ, ਉਹ ਅਸੀਂ ਨਾਲ ਦੀ ਨਾਲ ਕਰਦੇ ਰਹਾਂਗੇ। ਅੱਗੇ ਹੈਗਾ ਸ਼ੇਅਰ ਹੋਲਡਰ ਇਕੁਇਟੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ, +2 ਦੇ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਇਹਦੇ ਪੂਰੇ ਦੇ ਉੱਤੇ ਇੱਕ ਪਰਟੀਕੂਲਰ ਚੈਪਟਰ ਬਣਿਆ ਹੋਇਆ ਵਾ। ਸ਼ੇਅਰ ਹੋਲਡਰ ਇਕੁਇਟੀਜ਼ ਦਾ ਮਤਲਬ ਕੀ ਹੁੰਦਾ? ਸ਼ੇਅਰ ਕੈਪੀਟਲ, ਵੀ ਜਿਹੜਾ ਬੰਦਾ ਆਪ ਪੈਸਾ ਲਾ ਰਿਹਾ, ਜਿਹੜਾ ਓਨਰ ਹੁੰਦਾ ਉਹ ਬਿਜ਼ਨਸ ਸਟਾਰਟ ਕਰਨ ਦੇ ਲਈ ਜਿਹੜਾ ਪੈਸਾ ਲਾਉਂਦਾ ਵਾ ਉਹ ਸ਼ੇਅਰ ਕੈਪੀਟਲ ਬਣਦਾ ਵਾ। ਰਿਟੇਨ ਅਰਨਿੰਗ, ਵੀ ਜਿਵੇਂ ਮੇਰੇ ਕੋਲ ਮੈਂ ਰੈਗੂਲਰ ਪ੍ਰੋਫਿਟ ਹੋ ਰਹੇ ਸੀ ਤਾਂ ਮੈਂ ਉਹਨੂੰ ਸਟੋਰ ਕਰਕੇ ਰੱਖ ਲਿਆ, ਪੈਸੇ ਨੂੰ ਜਮ੍ਹਾਂ ਕਰਕੇ ਰੱਖ ਲਿਆ, ਸੇਵਿੰਗ ਕਰਕੇ ਰੱਖ ਲਈ, ਵੀ ਜਦੋਂ ਮੈਨੂੰ ਲੋੜ ਪਏਗੀ ਤਾਂ ਮੈਂ ਉੱਥੇ ਲਗਾ ਲਾਂਗਾ, ਤਾਂ ਇਹ ਵੀ ਸ਼ੇਅਰ ਹੋਲਡਰ ਇਕੁਇਟੀ ਦੇ ਵਿੱਚ ਇਹ ਐਡ ਹੁੰਦੇ ਆ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਟਰਮਸ ਯੂਜ਼ ਹੁੰਦੀਆਂ ਨੇ, ਉਹ ਅਸੀਂ ਨਾਲ ਦੀ ਨਾਲ ਕਰਦੇ ਰਹਾਂਗੇ। ਨੈਕਸਟ ਹੈ ਸਾਡਾ ਵਟ ਇਜ਼ ਲਾਈਬਿਲਿਟੀ। ਹੁਣ ਸਾਡਾ ਸਟਾਰਟ ਹੋਇਆ ਵੀ ਲਾਈਬਿਲਿਟੀ ਹੁੰਦੀ ਕੀ ਆ, ਵੀ ਸਾਨੂੰ ਇਹਦਾ ਮਤਲਬ ਕੀ ਆ। The liability is something a person or a company owns, usually to the sum of money. Liabilities are settled over time through to the transfer of economic benefit, including money, goods, service, recorded onto the right side of to the balance sheet. Liability includes loan, bill payable, mortgages, deferred revenue, earned premiums, unearned premiums, and accrued expenses. Even the marriages can be change your liabilities. ਤਾਂ ਇਹ ਸਾਰੀਆਂ ਚੀਜ਼ਾਂ ਸੀ। ਲਾਈਬਿਲਿਟੀ ਹੁੰਦੀ ਕੀ ਆ? ਇੱਕ ਬੰਦੇ ਦੁਆਰਾ ਜਾਂ ਇੱਕ ਕੰਪਨੀ ਦੁਆਰਾ ਬਾਹਰੋਂ ਕਿਤੋਂ ਪੈਸਾ ਲੈ ਕੇ ਆਉਣਾ ਉਧਾਰ ਦੇ ਰੂਪ ਦੇ ਵਿੱਚ, ਅਤੇ ਉਹਨੂੰ ਉਹ ਆਪਣੇ ਆਰਥਿਕ ਸੁਵਿਧਾਵਾਂ ਦੇ ਲਈ ਪੇ ਕਰਨ ਦੇ ਲਈ ਉਹ ਵਰਤਦਾ ਵਾ। ਇਹ ਇੱਕ ਬੈਲੈਂਸ ਸ਼ੀਟ ਹੁੰਦੀ ਆ ਸਾਡੇ ਅਕਾਊਂਟਿੰਗ ਟਰਮਸ ਦੇ ਵਿੱਚ, ਜਿਹੜੀ ਕਿ ਮੋਸਟ ਇੰਪੋਰਟੈਂਟ ਹੁੰਦੀ ਹੈ, ਜਿਹਦੇ ਬੇਸ ਦੇ ਉੱਤੇ ਅਸੀਂ ਟੈਕਸ ਪੇ ਕਰਨਾ ਹੁੰਦਾ ਵਾ। ਤਾਂ ਉਹਦੇ ਜਿਹੜੀ ਰਾਈਟ ਹੈਂਡ ਸਾਈਡ ਹੁੰਦੀ ਆ ਉਹਦੇ ਵਿੱਚ ਅਸੀਂ ਕੀ ਯੂਜ਼ ਕਰਦੇ ਹਾਂ? ਲਾਈਬਿਲਿਟੀ ਸਾਈਡ ਯੂਜ਼ ਕਰਦੇ ਹਾਂ। ਇਹਦੇ ਵਿੱਚ ਲੋਨ ਆਉਂਦੇ ਆ, ਅਕਾਊਂਟ ਪੇਬਲ ਆਉਂਦੇ ਆ, ਮੌਂਟੇਜਸ, ਇਹਨਾਂ ਦੀ ਟਰਮਸ ਦੀ ਇਕੱਲੀ ਗੱਲ ਅਸੀਂ ਕੀ ਆ ਨੈਕਸਟ ਸੈਸ਼ਨ ਦੇ ਵਿੱਚ ਮੈਂ ਇਹਦੇ ਇਕੱਲੀ ਚੀਜ਼ਾਂ ਬਾਰੇ ਤੁਹਾਨੂੰ ਐਕਸਪਲੇਨ ਕਰੂੰਗਾ। ਤਾਂ ਇੱਥੇ ਜਸਟ ਤੁਸੀਂ ਇਹ ਯਾਦ ਰੱਖਣਾ ਵੀ ਲਾਈਬਿਲਿਟੀ ਕੀ ਹੁੰਦੀ ਆ, ਅਸੀਂ ਕਿਸੇ ਤੋਂ ਜਿਹੜਾ ਪੈਸਾ ਉਧਾਰ ਲੈਂਦੇ ਹਾਂ ਅਤੇ ਉਹਨੂੰ ਅਸੀਂ ਕੀ ਆ ਕਦੇ ਨਾ ਕਦੇ ਟਾਈਮ ਦੇ ਵਿੱਚ ਉਹ ਸਾਨੂੰ ਪੇ ਕਰਨੀਆਂ ਪੈਂਦੀਆਂ ਨੇ। ਲਾਈਬਿਲਿਟੀ ਤੁਸੀਂ 2 ਤਰੀਕੇ ਨਾਲ ਯਾਦ ਰੱਖ ਸਕਦੇ ਹੋ, ਇੱਕ ਲੰਬੇ ਸਮੇਂ ਲਈ ਹੁੰਦੀਆਂ, ਲੌਂਗ ਟਰਮ ਇੱਕ ਹੁੰਦੀਆਂ ਨੇ ਕਰੰਟ ਦਾ ਮਤਲਬ ਕੀ ਹੁੰਦਾ 1 ਸਾਲ ਤੋਂ ਘੱਟ, ਅਤੇ ਲੌਂਗ ਟਰਮ ਦਾ ਮਤਲਬ ਕੀ ਹੁੰਦਾ 1 ਸਾਲ ਤੋਂ ਵੱਧ ਦੀਆਂ ਜਿਹੜਾ ਅਸੀਂ ਉਧਾਰ ਲੈ ਲੈਂਦੇ। ਠੀਕ ਹੈ ਜੀ। ਨੈਕਸਟ ਹੈਗੀ ਆ
What is an asset? Asset ਕੀ ਹੁੰਦੀ ਆ? An asset is a resource which is economic value that an individual, corporate, and or countries own or control with the expectation that it will be a provide to the future benefit. Assets are reported on the on a company's balance sheet and are bought or created to increase the firm's value and benefit of the ਫਰਮਸ ਆਪਰੇਸ਼ਨ। ਐਸਟਸ ਕੀ ਹੁੰਦੀਆਂ ਨੇ? ਐਸਟ ਹੁੰਦੀ ਆ ਸਾਡੀ ਜਿਹੜੀ ਆਰਥਿਕ ਸਥਿਤੀ ਨੂੰ ਵਧੀਆ ਬਣਾ ਦੇਵੇ। ਇਹ ਕਿਸੇ ਇੱਕ ਇਕੱਲੇ ਬੰਦੇ ਦੀ ਜਾਂ ਇੱਕ ਫਰਮ ਦੀ ਜਾਂ ਤੁਸੀਂ ਕਹਿ ਦਿਓ ਕੰਟਰੀ ਦੇ ਪੂਰਾ ਜਿਹੜਾ ਕੰਟਰੋਲ ਹੁੰਦਾ ਵੀ ਤਾਂ ਜੋ ਕੀ ਆ ਫਿਊਚਰ ਦੇ ਵਿੱਚ ਕੋਈ ਨਾ ਕੋਈ ਪ੍ਰੋਫਿਟ ਜਾਂ ਬੈਨੀਫਿਟ ਅਰਨ ਕਰ ਸਕੇ, ਉਹਨੂੰ ਐਸਟ ਕਿਹਾ ਜਾਂਦਾ। ਐਸਟ ਜਿਹੜੀ ਹੁੰਦੀ ਹੈ ਇਹ ਕੰਪਨੀ ਦੀ ਬੈਲੈਂਸ ਸ਼ੀਟ ਦੇ ਵਿੱਚ ਸ਼ੋ ਹੁੰਦੀ ਹੈ, ਲੈਫਟ ਹੈਂਡ ਸਾਈਡ ਸ਼ੋ ਹੁੰਦੀ ਆ, ਅਤੇ ਇਹ ਸਾਡੇ ਲਈ ਕੀ ਹੈਲਪ ਕਰਦੀ ਹੈ? ਇਹ ਇੱਕ ਕੰਪਨੀ ਦੀ ਜਿਹੜੀ ਵੈਲਿਊ ਆ ਉਹਨੂੰ ਵਧਾਉਣ ਦੇ ਵਿੱਚ ਹੈਲਪ ਕਰਦੀ ਹੈ। ਜੇਕਰ ਸਾਡੇ ਕੋਲ ਕੀ ਆ ਵੀ ਸਾਡੀਆਂ ਐਸਟਾਂ ਜ਼ਿਆਦਾ ਨੇ, ਵੀ ਜਾਣੀ ਕਿ ਅਸੀਂ ਆਪਣੇ ਕੋਲ ਸਾਡਾ ਆਪਣਾ ਪੈਸਾ ਬਹੁਤ ਜ਼ਿਆਦਾ ਵਾ ਅਤੇ ਬਾਹਰੋਂ ਜਿਹੜਾ ਲੋਕਾਂ ਤੋਂ ਮੰਗਵਾਇਆ ਜਾਂ ਲੋਨ ਲਿਆ ਉਹ ਘੱਟ ਆ, ਤਾਂ ਸਾਡੀ ਫਰਮ ਦੀ ਰੈਪੂਟੇਸ਼ਨ ਕੀ ਆ ਉਹ ਵਧੀਆ ਰਹੇਗੀ। ਸਾਰੇ ਬੰਦੇ ਸਾਡੀਆਂ ਜਿਹੜੀਆਂ ਚੀਜ਼ਾਂ ਨੇ ਉਸ ਚੀਜ਼ਾਂ ਨੂੰ ਪਰਚੇਸ ਕਰ ਸਕਦੇ ਆ, ਜਾਂ ਸਾਡੀ ਕੰਪਨੀ ਦੇ ਰਿਲੇਟਡ ਜਿਹੜੀ ਇਮੇਜ ਹੋਏਗੀ ਉਹ ਕੀ ਆ ਵਧੀਆ ਬਣ ਜਾਏਗੀ। ਇੱਕ ਅਕਾਊਂਟਿੰਗ ਦੇ ਵਿੱਚ ਇੱਕ ਵਰਡ ਯੂਜ਼ ਕੀਤਾ ਜਾਂਦਾ ਗੁੱਡਵਿਲ, ਵੀ ਜਾਣੀ ਕਿ ਉਹਦੀ ਸਾਖ, ਜਾਣੀ ਕਿ ਉਹਦਾ ਨੇਮ ਜਿਹੜਾ ਨੇਮ ਫਰੇਮ ਆ ਉਹ ਕੀ ਆ ਵਧੀਆ ਢੰਗ ਦੇ ਨਾਲ ਉੱਪਰ ਵੱਧ ਸਕਦਾ ਵਾ। ਤਾਂ ਐਸਟ ਸਾਰੀਆਂ ਚੀਜ਼ਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ। ਦੋ ਪਾਰਟ ਸਾਡੇ ਲਈ ਬਹੁਤ ਜ਼ਰੂਰੀ ਨੇ, ਲਾਇਬਿਲਿਟੀ ਐਂਡ ਐਸਟ। ਇਹਨਾਂ ਤੋਂ ਬਿਨਾਂ ਅਸੀਂ ਬੈਲੈਂਸ ਸ਼ੀਟ ਨਹੀਂ ਤਿਆਰ ਕਰ ਸਕਦੇ, ਅਤੇ ਇਹੀ ਦੋ ਚੀਜ਼ਾਂ ਹੁੰਦੀਆਂ ਨੇ ਜਿਹੜਾ ਕਿ ਅਸੀਂ ਪੂਰੀ ਕਮਰਸ ਦੇ ਵਿੱਚ ਇਹਨਾਂ ਦੇ ਨਾਲ ਹੀ ਡੀਲ ਕਰਾਂਗੇ। ਆਈ ਹੋਪ ਤੁਹਾਨੂੰ ਜਿਹੜਾ ਮੇਰਾ ਸੈਸ਼ਨ ਵਾਚ ਕੀਤਾ ਤੁਹਾਨੂੰ ਇਹ ਵਧੀਆ ਲੱਗਿਆ ਹੋਵੇਗਾ, ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਅਤੇ ਮੋਰ ਅਪਡੇਸ਼ਨ ਦੇ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ। ਅਤੇ ਅਸੀਂ ਹੁਣ ਇਹਦੇ ਨਾਲ ਨਾਲ ਅਸੀਂ ਕੰਟੀਨਿਊਟੀ ਕਰਦੇ ਹੋਏ ਰੈਗੂਲਰ ਬੇਸਿਸ ਦੇ ਉੱਤੇ ਇਹਦੀਆਂ ਕਲਾਸਿਸ ਲੱਗਣਗੀਆਂ +1 ਦੀਆਂ, ਤਾਂ ਅਸੀਂ ਇਹਦੇ ਵਿੱਚ ਹੌਲੀ ਹੌਲੀ ਜਿੰਨੇ ਵੀ ਚੈਪਟਰ ਹੋ ਸਕਦੇ ਆ ਤਾਂ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਉਂਦੀ ਆ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ, ਤਾਂ ਜੋ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਵਧੀਆ ਢੰਗ ਦੇ ਨਾਲ ਬਣਾਇਆ ਜਾ ਸਕੇ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।